ਮੇਰੀ ਜਠਾਣੀ ਰੋਜ਼ ਰਾਤ ਨੂੰ ਮੇਰੇ ਸਹੁਰੇ ਦੀ ਮਸਾਜ ਕਰਨ ਚਲੀ ਜਾਂਦੀ ਅਤੇ ਮੈਂ ਬਾਹਰ ਤੋਂ ਸੁਣਦੀ ਤਾਂ ਜਠਾਣੀ ਦੇ ਹੌਂਕਿਆਂ ਦੀ ਆਵਾਜ਼ ਆਉਂਦੀ। ਇੱਕ ਦਿਨ ਮੈਂ ਜਠਾਣੀ ਨੂੰ ਇਸ ਬਾਰੇ ਪੁੱਛਿਆ ਤਾਂ ਉਸਦੇ ਚਿਹਰੇ ਦਾ ਰੰਗ ਉੱਡ ਗਿਆ। ਉਹ ਕਹਿਣ ਲੱਗੀ, ਤੂੰ ਇਸ ਬਾਰੇ ਵਿੱਚ ਕਿਸੇ ਨੂੰ ਨਾ ਦੱਸੀ ਅਤੇ ਅੱਜ ਰਾਤ ਮੇਰੀ ਜਗ੍ਹਾ ਤੂੰ ਮਸਾਜ ਕਰਨ ਜਾਈਂ। ਜਦੋਂ ਮੈਂ ਆਪਣੇ ਸਹੁਰੇ ਦੇ ਕਮਰੇ ਵਿੱਚ ਗਈ ਤਾਂ ਉਹਨਾਂ ਨੇ ਦਰਵਾਜ਼ਾ ਬੰਦ ਕਰ ਲਿਆ ਅਤੇ ਜਿਵੇਂ ਹੀ ਲਾਈਟ ਬੰਦ ਕੀਤੀ ਤਾਂ ਮੇਰੇ ਸਰੀਰ ਵਿੱਚੋਂ ਜਿਵੇਂ ਜਾਨ ਨਿਕਲ ਗਈ, ਕਿਉਂਕਿ ਉੱਥੇ ਤਾਂ ਮੇਰਾ ਨਾਂ ਹਰਲੀਨ ਹੈ। ਜਿਸ ਘਰ ਵਿੱਚ ਮੇਰਾ ਵਿਆਹ ਹੋਇਆ ਸੀ ਉਹ ਬਹੁਤ ਹੀ ਅਜੀਬ ਘਰ ਸੀ। ਇੱਥੇ ਅਜਿਹੇ ਕੰਮ ਹੁੰਦੇ ਸਨ ਜੋ ਮੇਰੀ ਸਮਝ ਤੋਂ ਬਾਹਰ ਸਨ। ਮੇਰੇ ਸਹੁਰੇ ਘਰ ਵਿੱਚ ਮੇਰੀ ਇੱਕ ਜਠਾਣੀ ਅਤੇ ਮੇਰਾ ਸਹੁਰਾ ਸੀ। ਮੇਰਾ ਜੇਠ ਬਾਹਰਲੇ ਦੇਸ਼ ਰਹਿੰਦਾ ਸੀ। ਉਹ ਸਾਡੇ ਵਿਆਹ ਵਿੱਚ ਵੀ ਨਹੀਂ ਆਏ ਸਨ। ਮੇਰੇ ਪਤੀ ਦਾ ਨਾਂ ਅਜੀਤ ਹੈ। ਦਰਅਸਲ ਸਾਡੀ ਲਵ ਮੈਰਿਜ ਹੋਈ ਸੀ। ਮੇਰੇ ਘਰ ਵਾਲੇ ਇਸ ਵਿਆਹ ਲਈ ਬਿਲਕੁਲ ਵੀ ਰਾਜ਼ੀ ਨਹੀਂ ਸਨ, ਕਿਉਂਕਿ ਮੇਰਾ ਪਤੀ ਦੇਖਣ ਵਿੱਚ ਬਹੁਤ ਕਮਜ਼ੋਰ ਅਤੇ ਬਿਮਾਰ ਲੱਗਦਾ ਸੀ। ਮੇਰੇ ਪਾਪਾ ਨੂੰ ਪੂਰਾ ਯਕੀਨ ਸੀ ਕਿ ਮੁੰਡਾ ਨਸ਼ਾ ਕਰਦਾ ਹੈ, ਜਦੋਂ ਕਿ ਅਜਿਹਾ ਕੁਝ ਵੀ ਨਹੀਂ ਸੀ। ਮੈਂ ਚਾਹੁੰਦੀ ਸੀ ਕਿ ਸਾਡਾ ਵਿਆਹ ਇੱਜ਼ਤ ਅਤੇ ਸ਼ਾਂਤੀ ਨਾਲ ਹੋ ਜਾਵੇ, ਪਰ ਅਜਿਹਾ ਨਹੀਂ ਹੋ ਸਕਿਆ ਅਤੇ ਗੱਲ ਵਿਗੜ ਗਈ। ਮੇਰੇ ਘਰ ਵਾਲਿਆਂ ਨੇ ਮੇਰੇ ਪਤੀ ਨੂੰ ਕਿਹਾ, ਤੇਰੇ ਕੋਲ ਸਿਰਫ 3 ਦਿਨ ਹਨ, ਇਸ ਨੂੰ ਵਿਆਹ ਕਰਕੇ ਇੱਥੋਂ ਲੈ ਜਾ, ਨਹੀਂ ਤਾਂ ਚੌਥੇ ਦਿਨ ਅਸੀਂ ਇਸ ਦਾ ਵਿਆਹ ਕਿਸੇ ਹੋਰ ਥਾਂ ਕਰ ਦੇਵਾਂਗੇ। ਮੇਰੇ ਪਤੀ ਨੇ ਬਹੁਤ ਹੱਥ ਪੈਰ ਮਾਰੇ, ਆਪਣੇ ਦੋਸਤਾਂ ਦੀ ਮਦਦ ਲਈ ਅਤੇ ਵਿਆਹ ਕਰ ਲਿਆ। ਪਾਪਾ ਨੇ ਕਿਹਾ, ਤੇਰੇ ਲਈ ਅੱਜ ਤੋਂ ਇਸ ਘਰ ਦੇ ਦਰਵਾਜ਼ੇ ਬੰਦ ਹਨ। ਮੈਨੂੰ ਹੈਰਾਨੀ ਉਦੋਂ ਹੋਈ ਜਦੋਂ ਮੈਂ ਦੇਖਿਆ ਕਿ ਅਜੀਤ ਦੇ ਪਾਪਾ ਵੀ ਵਿਆਹ ਵਿੱਚ ਖੁਸ਼ੀ-ਖੁਸ਼ੀ ਆਏ। ਉਹ ਬਿਲਕੁਲ ਵੀ ਨਾਰਾਜ਼ ਨਹੀਂ ਸਨ। ਕਹਿੰਦੇ ਹਨ ਕਿ ਪਿਆਰ ਕਰਨਾ ਕੋਈ ਗੁਨਾਹ ਨਹੀਂ ਹੈ। ਮੇਰੇ ਵਿਆਹ ਵਾਲੇ ਦਿਨ ਹੀ ਮੈਂ ਆਪਣੀ ਜਠਾਣੀ ਨੂੰ ਮਿਲੀ। ਉਸਨੇ ਮੈਨੂੰ ਤਸੱਲੀ ਦਿੱਤੀ ਅਤੇ ਕਿਹਾ ਕਿ ਸਭ ਕੁਝ ਠੀਕ ਹੋ ਜਾਵੇਗਾ, ਤੂੰ ਬਿਲਕੁਲ ਵੀ ਪਰੇਸ਼ਾਨ ਨਾ ਹੋ। ਹੁਣ ਮੇਰਾ ਪਤੀ ਦਿਨ ਰਾਤ ਮਿਹਨਤ ਕਰਨ ਲੱਗਿਆ, ਕਿਉਂਕਿ ਹੁਣ ਸਾਨੂੰ ਪੈਸਿਆਂ ਦੀ ਲੋੜ ਸੀ। ਉਹ ਸਵੇਰੇ ਜਾਂਦਾ ਅਤੇ ਰਾਤ ਨੂੰ ਵਾਪਸ ਆਉਂਦਾ। ਘਰ ਵਿੱਚ ਸਿਰਫ ਮੈਂ ਅਤੇ ਮੇਰੀ ਜਠਾਣੀ ਹੀ ਰਹਿੰਦੀਆਂ ਸੀ। ਇੱਕ ਦਿਨ ਮੈਂ ਕੁਝ ਬਹੁਤ ਹੀ ਅਜੀਬ ਦੇਖਿਆ। ਰਾਤ ਹੁੰਦੇ ਹੀ ਮੇਰੀ ਜਠਾਣੀ ਸਾਰਾ ਕੰਮ ਖਤਮ ਕਰਨ ਤੋਂ ਬਾਅਦ ਮੇਰੇ ਸਹੁਰੇ ਦੇ ਕਮਰੇ ਵਿੱਚ ਜਾ ਰਹੀ ਸੀ। ਉਸਦੇ ਹੱਥ ਵਿੱਚ ਤੇਲ ਦੀ ਇੱਕ ਕੌਲੀ ਸੀ। ਇਹ ਦੇਖ ਕੇ ਮੈਂ ਬਹੁਤ ਹੈਰਾਨ ਹੋਈ। ਉਹ ਅੰਦਰ ਗਈ ਅਤੇ ਉਸਨੇ ਦਰਵਾਜ਼ਾ ਬੰਦ ਕਰ ਦਿੱਤਾ। ਮੈਂ ਹੈਰਾਨ ਰਹਿ ਗਈ ਕਿ ਭਲਾ ਇਸ ਵੇਲੇ ਉਸਦਾ ਅੰਦਰ ਕੀ ਕੰਮ ਹੈ ਅਤੇ ਉਹ ਤੇਲ ਲੈ ਕੇ ਅੰਦਰ ਕਿਉਂ ਗਈ ਹੈ। ਕੁਝ ਦੇਰ ਮੈਂ ਉੱਥੇ ਹੀ ਖੜੀ ਰਹੀ ਅਤੇ ਦੇਖਦੀ ਰਹੀ ਕਿ ਸ਼ਾਇਦ ਉਹ ਤੇਲ ਦੇਣ ਗਈ ਹੋਵੇਗੀ ਅਤੇ ਦਰਵਾਜ਼ਾ ਗਲਤੀ ਨਾਲ ਬੰਦ ਹੋ ਗਿਆ ਹੋਵੇਗਾ। ਪਰ 15-20 ਮਿੰਟ ਹੋ ਗਏ, ਉਹ ਵਾਪਸ ਨਹੀਂ ਆਈ। ਕੁਝ ਦੇਰ ਬਾਅਦ ਮੇਰਾ ਪਤੀ ਆ ਗਿਆ। ਮੈਂ ਉਸਦੇ ਲਈ ਰੋਟੀ ਲੈ ਕੇ ਆਈ। ਫਿਰ ਅਸੀਂ ਇਕੱਠੇ ਬੈਠ ਕੇ ਖਾਣਾ ਖਾਧਾ। ਥੋੜ੍ਹੀ ਦੇਰ ਬਾਅਦ ਉਸਨੇ ਮੈਨੂੰ ਚਾਹ ਬਣਾਉਣ ਲਈ ਕਹਿ ਦਿੱਤਾ। ਮੈਂ ਚਾਹ ਬਣਾਉਣ ਲਈ ਦੁਬਾਰਾ ਰਸੋਈ ਵਿੱਚ ਗਈ। ਉਦੋਂ ਵੀ ਮੈਂ ਦੇਖਿਆ ਕਿ ਜਠਾਣੀ ਆਪਣੇ ਕਮਰੇ ਵਿੱਚ ਨਹੀਂ ਸੀ ਅਤੇ ਮੇਰੇ ਸਹੁਰੇ ਦੇ ਕਮਰੇ ਦੀ ਲਾਈਟ ਵੀ ਬੰਦ ਸੀ। ਇਸ ਦਾ ਮਤਲਬ ਉਹ ਸੌ ਚੁੱਕੇ ਸਨ। ਫਿਰ ਮੈਂ ਚਾਹ ਬਣਾ ਕੇ ਵਾਪਸ ਆ ਗਈ। ਅਗਲੀ ਸਵੇਰ ਮੈਂ ਆਪਣੀ ਜਠਾਣੀ ਨੂੰ ਇਸ ਬਾਰੇ ਪੁੱਛਣਾ ਚਾਹਿਆ, ਪਰ ਮੇਰੀ ਪੁੱਛਣ ਦੀ ਹਿੰਮਤ ਨਹੀਂ ਹੋ ਰਹੀ ਸੀ। ਅਗਲੇ ਦਿਨ ਵੀ ਇਹ ਸਭ ਕੁਝ ਹੋਇਆ। ਉਹ ਫਿਰ ਰਾਤ ਹੁੰਦੇ ਹੀ ਸਾਰੇ ਕੰਮ ਖਤਮ ਕਰਕੇ ਤੇਲ ਲੈ ਕੇ ਸਹੁਰੇ ਦੇ ਕਮਰੇ ਵਿੱਚ ਚਲੀ ਗਈ। ਮੈਂ ਦੇਰ ਤੱਕ ਜਾਗਦੀ ਰਹਿੰਦੀ ਸੀ, ਕਿਉਂਕਿ ਮੇਰਾ ਪਤੀ ਰਾਤ ਨੂੰ ਦੇਰ ਨਾਲ ਆਉਂਦਾ ਸੀ। ਦਰਵਾਜ਼ਾ ਬੰਦ ਹੋਣ ਵਾਲੀ ਗੱਲ ਨੇ ਮੈਨੂੰ ਬਹੁਤ ਜ਼ਿਆਦਾ ਪਰੇਸ਼ਾਨ ਕਰਿਆ ਹੋਇਆ ਸੀ। ਮੈਂ ਹੌਲੀ-ਹੌਲੀ ਚੱਲਦੀ ਹੋਈ ਕਮਰੇ ਦੇ ਨੇੜੇ ਗਈ ਅਤੇ ਕੰਨ ਲਗਾ ਕੇ ਕੁਝ ਸੁਣਨ ਦੀ ਕੋਸ਼ਿਸ਼ ਕੀਤੀ। ਕਮਰੇ ਦੇ ਅੰਦਰੋਂ ਕੁਝ ਅਜਿਹੀ ਆਵਾਜ਼ ਆਈ ਜਿਸ ਨੂੰ ਸੁਣ ਕੇ ਮੈਂ ਹੈਰਾਨ ਰਹਿ ਗਈ। ਕਮਰੇ ਵਿੱਚੋਂ ਮੇਰੀ ਜਠਾਣੀ ਦੇ ਹੌਲੀ-ਹੌਲੀ ਰੋਣ ਦੀ ਆਵਾਜ਼ ਆ ਰਹੀ ਸੀ। ਮੈਂ ਸੋਚਾਂ ਵਿੱਚ ਪੈ ਗਈ ਕਿ ਇਹ ਸਭ ਕੁਝ ਕੀ ਹੋ ਰਿਹਾ ਹੈ। ਪਹਿਲਾਂ ਮੈਨੂੰ ਲੱਗਿਆ ਕਿ ਇਹ ਮੇਰਾ ਵਹਿਮ ਹੈ, ਪਰ ਮੈਂ ਬਹੁਤ ਧਿਆਨ ਨਾਲ ਆਵਾਜ਼ ਸੁਣੀ ਅਤੇ ਹੁਣ ਮੈਂ ਪੂਰੇ ਯਕੀਨ ਨਾਲ ਕਹਿ ਸਕਦੀ ਹਾਂ ਕਿ ਇਹ ਜੋ ਕੁਝ ਵੀ ਹੋ ਰਿਹਾ ਹੈ ਉਸ ਵਿੱਚ ਕੁਝ ਤਾਂ ਗਲਤ ਹੈ। ਮੈਂ ਦਰਵਾਜ਼ਾ ਖੜਕਾਇਆ ਅਤੇ ਕਮਰੇ ਦੀ ਲਾਈਟ ਜਗ ਗਈ, ਪਰ ਫਿਰ ਮੈਂ ਡਰ ਗਈ। ਮੈਨੂੰ ਇੰਜ ਲੱਗਿਆ ਜਿਵੇਂ ਕੋਈ ਬਾਹਰ ਆ ਰਿਹਾ ਹੈ। ਮੈਂ ਵਾਪਸ ਆਪਣੇ ਕਮਰੇ ਵਿੱਚ ਆ ਗਈ। ਮੈਂ ਸੋਚਿਆ ਕਿ ਮੈਂ ਅਜੀਤ ਨਾਲ ਗੱਲ ਕਰਾਂਗੀ, ਪਰ ਅਜੀਤ ਨੂੰ ਬਹੁਤ ਨੀਂਦ ਆ ਰਹੀ ਸੀ, ਇਸ ਲਈ ਉਸਨੇ ਕੋਈ ਵੀ ਗੱਲ ਸੁਣਨ ਤੋਂ ਮਨਾ ਕਰ ਦਿੱਤਾ। ਮੈਂ ਸੋਚਿਆ ਕਿ ਕੱਲ੍ਹ ਨੂੰ ਆਪਣੀ ਜੇਠਾਣੀ ਨਾਲ ਹੀ ਗੱਲ ਕਰਾਂਗੀ। ਅਗਲੇ ਦਿਨ ਉਹ ਮੇਰੇ ਸਾਹਮਣੇ ਬੈਠੀ ਸਬਜ਼ੀ ਕੱਟ ਰਹੀ ਸੀ ਅਤੇ ਮੈਂ ਬਰਤਨ ਧੋ ਰਹੀ ਸੀ। ਮੈਂ ਉਸਨੂੰ ਪੁੱਛਿਆ ਕਿ ਦੀਦੀ, ਤੁਸੀਂ ਰਾਤ ਨੂੰ ਪਾਪਾ ਜੀ ਦੇ ਕਮਰੇ ਵਿੱਚ ਕੀ ਕਰਨ ਗਏ ਸੀ? ਤੁਹਾਡੇ ਹੱਥ ਵਿੱਚ ਤੇਲ ਸੀ ਅਤੇ ਤੁਸੀਂ ਦਰਵਾਜ਼ਾ ਬੰਦ ਕਰ ਦਿੱਤਾ। ਉਹ ਮੇਰੀ ਗੱਲ ਸੁਣ ਕੇ ਹੈਰਾਨ ਰਹਿ ਗਈ। ਉਸਨੂੰ ਮੇਰੇ ਤੋਂ ਇਸ ਤਰ੍ਹਾਂ ਦੀ ਗੱਲ ਦੀ ਉਮੀਦ ਨਹੀਂ ਸੀ। ਉਹ ਕਹਿਣ ਲੱਗੀ, ਉਹਨਾਂ ਦੇ ਪੈਰ ਵਿੱਚ ਦਰਦ ਸੀ
ਤਾਂ ਮੈਂ ਉਹਨਾਂ ਦੇ ਪੈਰ 'ਤੇ ਤੇਲ ਲਗਾਉਣ ਗਈ ਸੀ। ਮੈਂ ਕਿਹਾ ਚਲੋ ਮੰਨ ਲਿਆ ਕਿ ਤੇਲ ਲਗਾਉਣ ਗਏ ਸੀ, ਪਰ ਦਰਵਾਜ਼ਾ ਬੰਦ ਕਰਨ ਦੀ ਕੀ ਜ਼ਰੂਰਤ ਸੀ, ਅਤੇ ਤੁਸੀਂ ਤਾਂ ਅੰਦਰ ਜਾ ਕੇ ਬੈਠ ਹੀ ਗਏ ਸੀ। ਮੈਂ ਤੁਹਾਡੇ ਕਮਰੇ ਦੇ ਅੱਗੇ 2-3 ਚੱਕਰ ਲਗਾਏ, ਪਰ ਤੁਸੀਂ ਆਪਣੇ ਕਮਰੇ ਵਿੱਚ ਨਹੀਂ ਸੀ। ਮੇਰੀ ਜਠਾਣੀ ਨੇ ਮੈਨੂੰ ਝੂਠ ਬੋਲ ਦਿੱਤਾ ਕਿ ਉਹ ਬਾਥਰੂਮ ਵਿੱਚ ਸੀ, ਇਸ ਲਈ ਮੈਨੂੰ ਦਿਖਾਈ ਨਹੀਂ ਦਿੱਤੀ। ਉਹ ਮੇਰੇ ਨਾਲ ਨਜ਼ਰਾਂ ਨਹੀਂ ਮਿਲਾ ਰਹੀ ਸੀ। ਉਹ ਕਹਿਣ ਲੱਗੀ ਮੇਰੀ ਤਬੀਅਤ ਠੀਕ ਨਹੀਂ ਹੈ। ਫਿਰ ਉਹ ਆਪਣੇ ਕੰਮ ਵਿੱਚ ਬਿਜ਼ੀ ਹੋ ਗਈ। ਮੈਂ ਕਿਹਾ ਕਿ ਕੀ ਹੋਇਆ ਹੈ ਤੁਹਾਡੀ ਤਬੀਅਤ ਨੂੰ? ਤਾਂ ਉਹ ਖਿਝ ਕੇ ਬੋਲੀ, ਤੂੰ ਕਿਉਂ ਰਾਈ ਦਾ ਪਹਾੜ ਬਣਾ ਰਹੀ ਹੈ? ਛੱਡ ਦੇ ਇਹਨਾਂ ਸਭ ਗੱਲਾਂ ਨੂੰ, ਅੱਜ ਬਹੁਤ ਜ਼ਿਆਦਾ ਗਰਮੀ ਹੈ। ਉਸਨੇ ਗੱਲ ਹੀ ਬਦਲ ਦਿੱਤੀ, ਪਰ ਮੈਂ ਅੰਦਾਜ਼ਾ ਲਗਾਉਣਾ ਚਾਹੁੰਦੀ ਸੀ ਅਤੇ ਲਗਾ ਲਿਆ। ਮੇਰੀ ਇੱਕ ਸਹੇਲੀ ਸੀ। ਜਦੋਂ ਮੈਂ ਉਸਨੂੰ ਇਹ ਸਭ ਕੁਝ ਦੱਸਿਆ ਤਾਂ ਉਸਨੇ ਕਿਹਾ ਕਿ ਜ਼ਰੂਰ ਦਾਲ ਵਿੱਚ ਕੁਝ ਕਾਲਾ ਹੈ, ਤੈਨੂੰ ਪਤਾ ਲਗਾਉਣਾ ਚਾਹੀਦਾ ਹੈ। ਮੇਰੀ ਜਠਾਣੀ ਵੀ ਬੜੀ ਅਜੀਬ ਕਿਸਮ ਦੀ ਔਰਤ ਸੀ। ਉਹ ਚੁੱਪ-ਚੁੱਪ ਰਹਿੰਦੀ ਸੀ ਅਤੇ ਬਹੁਤ ਹੀ ਢਿੱਲੇ ਅਤੇ ਖੁੱਲ੍ਹੇ ਕੱਪੜੇ ਪਾਉਂਦੀ ਸੀ। ਕੋਈ ਗੜਬੜ ਤਾਂ ਜ਼ਰੂਰ ਸੀ। ਇੱਕ ਦਿਨ ਸਾਡੇ ਘਰ ਕੋਈ ਰਿਸ਼ਤੇਦਾਰ ਆਇਆ ਹੋਇਆ ਸੀ। ਉਸਨੇ ਗੱਲਾਂ-ਗੱਲਾਂ ਵਿੱਚ ਮੈਨੂੰ ਦੱਸਿਆ ਕਿ ਮੇਰਾ ਪਤੀ ਵੀ ਵਿਆਹ ਤੋਂ ਪਹਿਲਾਂ ਬਾਹਰ ਜਾਣਾ ਚਾਹੁੰਦਾ ਸੀ, ਪਰ ਮੇਰੇ ਸਹੁਰੇ ਨੇ ਉਸਨੂੰ ਜਾਣ ਨਹੀਂ ਦਿੱਤਾ। ਮੈਂ ਕਿਹਾ ਕਿ ਮੈਂ ਵੀ ਨਹੀਂ ਚਾਹੁੰਦੀ ਕਿ ਮੇਰਾ ਪਤੀ ਬਾਹਰ ਜਾਵੇ, ਮੈਂ ਉਸਨੂੰ ਬਹੁਤ ਪਿਆਰ ਕਰਦੀ ਹਾਂ। ਉਹਨਾਂ ਨੇ ਕਿਹਾ ਕਿ ਹਾਂ, ਤੇਰੀ ਜਠਾਣੀ ਦਾ ਪਤੀ ਵੀ ਤਾਂ ਬਾਹਰ ਹੈ, ਉਹ ਵਿਚਾਰੀ ਕਿੰਨੀ ਉਦਾਸ ਰਹਿੰਦੀ ਹੈ। ਮੈਂ ਕਿਹਾ ਕਿ ਨਹੀਂ, ਉਹ ਉਦਾਸ ਤਾਂ ਬਿਲਕੁਲ ਨਹੀਂ ਹੁੰਦੀ, ਉਹ ਤਾਂ ਨੋਰਮਲ ਰਹਿੰਦੀ ਹੈ। ਉਹ ਵਧੀਆ ਤਿਆਰ ਵੀ ਹੁੰਦੀ ਹੈ, ਹੱਥਾਂ ਵਿੱਚ ਚੂੜੀਆਂ ਵੀ ਪਾਉਂਦੀ ਹੈ। ਤਾਂ ਉਹ ਕਹਿਣ ਲੱਗੀ ਕਿ ਨਹੀਂ, ਅਜਿਹਾ ਤਾਂ ਨਹੀਂ ਹੈ, ਅਸੀਂ ਤਾਂ ਉਸਨੂੰ ਬਹੁਤ ਉਦਾਸ ਦੇਖਿਆ ਹੈ, ਪਰ ਉਹ ਬਹੁਤ ਖੂਬਸੂਰਤ ਹੈ। ਮੈਂ ਕਿਹਾ ਕਿ ਹਾਂ, ਸੋਹਣੀ ਤਾਂ ਬਹੁਤ ਹੈ, ਪਰ ਜੇਕਰ ਪਤੀ ਕੋਲ ਨਾ ਹੋਵੇ ਤਾਂ ਇਨਸਾਨ ਕਿਸ ਨੂੰ ਤਿਆਰ ਹੋ ਕੇ ਦਿਖਾਵੇ। ਪਰ ਜੇਕਰ ਉਸਦਾ ਦਿਲ ਕਰਦਾ ਹੈ ਕਿ ਉਹ ਤਿਆਰ ਹੋਵੇ ਤਾਂ ਇਹ ਚੰਗੀ ਗੱਲ ਹੈ। ਉਸਨੂੰ ਆਪਣੇ ਲਈ ਵੀ ਤਾਂ ਤਿਆਰ ਹੋਣਾ ਚਾਹੀਦਾ ਹੈ। ਸਿਰਫ ਪਤੀ ਲਈ ਹੀ ਔਰਤ ਕਿਉਂ ਤਿਆਰ ਹੋਵੇ? ਉਹ ਆਪਣੇ ਲਈ ਵੀ ਤਾਂ ਤਿਆਰ ਹੋ ਸਕਦੀ ਹੈ, ਤਾਂ ਜੋ ਆਪਣੇ ਆਪ ਨੂੰ ਖੂਬਸੂਰਤ ਦੇਖ ਕੇ ਉਸਨੂੰ ਖੁਸ਼ੀ ਮਿਲ ਸਕੇ। ਮੇਰੀ ਜਠਾਣੀ ਨੂੰ ਦੇਖ ਕੇ ਬਿਲਕੁਲ ਵੀ ਨਹੀਂ ਲੱਗਦਾ ਸੀ ਕਿ ਉਸਦਾ ਪਤੀ ਬਾਹਰ ਹੈ। ਨਾ ਉਸ ਘਰ ਵਿੱਚ ਮੇਰੇ ਜੇਠ ਬਾਰੇ ਕੋਈ ਗੱਲ ਹੁੰਦੀ ਸੀ ਅਤੇ ਨਾ ਹੀ ਕੋਈ ਉਸਦਾ ਨਾਮ ਲੈਂਦਾ ਸੀ। ਨਾ ਹੀ ਮੈਂ ਉਸਦੀ ਕੋਈ ਫੋਟੋ ਦੇਖੀ ਸੀ ਅਤੇ ਨਾ ਹੀ ਮੈਂ ਕਦੇ ਆਪਣੀ ਜਠਾਣੀ ਨੂੰ ਆਪਣੇ ਪਤੀ ਨਾਲ ਫੋਨ 'ਤੇ ਗੱਲ ਕਰਦੇ ਹੋਏ ਦੇਖਿਆ ਸੀ। ਜੇਕਰ ਪਤੀ ਬਾਹਰ ਸੀ ਤਾਂ ਫੋਨ ਤਾਂ ਕਰਦਾ ਹੀ ਹੋਵੇਗਾ, ਅਤੇ ਇੱਥੋਂ ਤੱਕ ਕਿ ਮੇਰਾ ਸਹੁਰਾ ਵੀ ਕਦੇ ਇਹ ਨਹੀਂ ਕਹਿੰਦਾ ਸੀ ਕਿ ਮੇਰਾ ਬੇਟਾ ਬਾਹਰ ਹੈ। ਇੱਕ ਵਾਰ ਅਸੀਂ ਰੋਟੀ ਖਾ ਰਹੇ ਸੀ ਤਾਂ ਮੇਰੇ ਸਹੁਰੇ ਨੇ ਕਿਹਾ ਇੱਕ ਹੀ ਮੁੰਡਾ ਹੈ ਅਤੇ ਇਹ ਸਭ ਕੁਝ ਉਸੇ ਦਾ ਹੀ ਹੈ। ਮੈਂ ਕਿਹਾ ਪਾਪਾ ਜੀ, ਤੁਹਾਡਾ ਇੱਕ ਮੁੰਡਾ ਹੋਰ ਵੀ ਤਾਂ ਹੈ? ਤਾਂ ਉਹ ਕਹਿਣ ਲੱਗੇ, ਹਾਂ ਬੇਟੀ, ਇੱਕ ਮੁੰਡਾ ਹੋਰ ਹੈ, ਮੇਰੇ ਤੋਂ ਗਲਤੀ ਹੋ ਗਈ। ਬਾਪ ਕਿਵੇਂ ਆਪਣੇ ਬੱਚਿਆਂ ਨੂੰ ਭੁੱਲ ਸਕਦਾ ਹੈ? ਮੈਂ ਤਾਂ ਮਜ਼ਾਕ ਕਰ ਰਿਹਾ ਸੀ। ਉਹਨਾਂ ਦੇ ਇਸ ਅਜੀਬ ਜਿਹੇ ਮਜ਼ਾਕ ਨਾਲ ਮੈਂ ਹੈਰਾਨ ਹੋ ਗਈ। ਭਲਾ ਇਹ ਕਿਹੜਾ ਮਜ਼ਾਕ ਸੀ? ਮੇਰੇ ਪਤੀ ਨੇ ਵੀ ਅਜੀਬ ਜਿਹਾ ਮੂੰਹ ਬਣਾ ਲਿਆ ਅਤੇ ਮੇਰੀ ਜਠਾਣੀ ਵੀ ਇੱਧਰ-ਉੱਧਰ ਦੇਖਣ ਲੱਗੀ। ਮੈਨੂੰ ਇੰਜ ਲੱਗਿਆ ਜਿਵੇਂ ਇਹ ਤਿੰਨੋਂ ਮੇਰੇ ਤੋਂ ਕੋਈ ਗੱਲ ਲੁਕੋ ਰਹੇ ਹਨ, ਪਰ ਮੇਰੀ ਜਠਾਣੀ ਦੀ ਉਹੀ ਰੁਟੀਨ ਸੀ। ਮੈਂ ਦੁਬਾਰਾ ਫਿਰ ਉਸਨੂੰ ਇਸ ਬਾਰੇ ਸਵਾਲ ਕੀਤਾ ਤਾਂ ਉਹ ਕਹਿਣ ਲੱਗੀ, ਪਾਪਾ ਜੀ ਦੀਆਂ ਲੱਤਾਂ ਵਿੱਚ ਦਰਦ ਹੁੰਦਾ ਹੈ। ਜਦੋਂ ਤੱਕ ਉਹਨਾਂ ਦੀਆਂ ਲੱਤਾਂ ਨਹੀਂ ਘੁੱਟਦੇ ਉਹਨਾਂ ਨੂੰ ਨੀਂਦ ਨਹੀਂ ਆਉਂਦੀ। ਪਰ ਮੈਂ ਸੋਚ ਰਹੀ ਸੀ ਕਿ ਜਦੋਂ ਉਹ ਸੋ ਜਾਂਦੇ ਹਨ ਤਾਂ ਇਹ ਵਾਪਸ ਕਿਉਂ ਨਹੀਂ ਆਉਂਦੀ? ਕਮਰੇ ਦੇ ਅੰਦਰ ਹੀ ਕਿਉਂ ਰਹਿੰਦੀ ਹੈ? ਕਿ ਸਾਰੀ ਰਾਤ ਲੱਤਾਂ ਘੁੱਟਦੀ ਰਹਿੰਦੀ ਹੈ? ਪਤਾ ਨਹੀਂ ਕਿੰਨੇ ਸਵਾਲ ਮੇਰੇ ਦਿਮਾਗ ਵਿੱਚ ਘੁੰਮ ਰਹੇ ਸਨ। ਅਜਿਹੀਆਂ ਗੱਲਾਂ ਦਿਮਾਗ ਵਿੱਚ ਆ ਰਹੀਆਂ ਸਨ ਜੋ ਮੈਂ ਸੋਚਣਾ ਵੀ ਨਹੀਂ ਚਾਹੁੰਦੀ ਸੀ। ਉਸ ਦਿਨ ਤਾਂ ਕੁਝ ਅਜਿਹਾ ਹੋਇਆ ਕਿ ਮੈਂ ਹੈਰਾਨ ਰਹਿ ਗਈ। ਮੈਂ ਆਪਣੀ ਜਠਾਣੀ ਦੇ ਕਮਰੇ ਵਿੱਚ ਬਿਨਾਂ ਦਰਵਾਜ਼ਾ ਖੜਕਾਏ ਅੰਦਰ ਚਲੀ ਗਈ। ਉਹ ਮੈਨੂੰ ਦੇਖ ਕੇ ਸੁੰਨ ਹੋ ਗਈ, ਪਰ ਉਸ ਨਾਲੋਂ ਜ਼ਿਆਦਾ ਤਾਂ ਮੈਂ ਹੈਰਾਨ ਰਹਿ ਗਈ। ਮੈਂ ਕਿਹਾ ਕਿ ਤੁਸੀਂ ਤਾਂ ਮਾਂ ਬਣਨ ਵਾਲੇ ਹੋ ਅਤੇ ਤੁਸੀਂ ਮੈਨੂੰ ਦੱਸਿਆ ਹੀ ਨਹੀਂ। ਪਹਿਲਾਂ ਤਾਂ ਉਹ ਬਹੁਤ ਘਬਰਾ ਗਈ, ਪਰ ਫਿਰ ਆਪਣੇ ਆਪ ਨੂੰ ਸੰਭਾਲਦੇ ਹੋਏ ਬੋਲੀ, ਸਾਡੇ ਖਾਨਦਾਨ ਵਿੱਚ ਇਹ ਸਭ ਕੁਝ ਨਹੀਂ ਦੱਸਿਆ ਜਾਂਦਾ। ਜਦੋਂ ਤੱਕ 7 ਮਹੀਨੇ ਨਹੀਂ ਹੋ ਜਾਂਦੇ ਕਿਸੇ ਨੂੰ ਵੀ ਇਹ ਗੱਲ ਨਹੀਂ ਦੱਸੀ ਜਾਂਦੀ। ਕਹਿੰਦੇ ਹਨ ਕਿ ਨਜ਼ਰ ਲੱਗ ਜਾਂਦੀ ਹੈ, ਇਸ ਲਈ ਮੈਂ ਤੈਨੂੰ ਨਹੀਂ ਦੱਸਿਆ। ਮੈਨੂੰ ਬਹੁਤ ਹੈਰਾਨੀ ਹੋ ਰਹੀ ਸੀ। ਉਸਦਾ ਪੇਟ ਦੇਖ ਕੇ ਲੱਗ ਰਿਹਾ ਸੀ ਜਿਵੇਂ ਉਸਨੂੰ 6ਵਾਂ-7ਵਾਂ ਮਹੀਨਾ ਹੋਵੇ, ਅਤੇ ਮੈਨੂੰ ਇਸ ਬਾਰੇ ਪਤਾ ਹੀ ਨਹੀਂ ਲੱਗਿਆ ਕਿਉਂਕਿ ਮੇਰੀ ਜਠਾਣੀ ਬਹੁਤ ਖੁੱਲ੍ਹੇ ਕੱਪੜੇ ਪਾਉਂਦੀ ਸੀ। ਪਰ ਹੁਣ ਉਸਨੂੰ ਦੇਖ ਕੇ ਲੱਗਦਾ ਸੀ ਜਿਵੇਂ ਉਸਨੂੰ 7ਵਾਂ ਮਹੀਨਾ ਚੱਲ ਰਿਹਾ ਹੈ। ਇਸ ਦਾ ਮਤਲਬ 7 ਮਹੀਨੇ ਪਹਿਲਾਂ ਮੇਰਾ ਜੇਠ ਆਇਆ ਹੋਇਆ ਸੀ। ਪਰ ਫਿਰ ਵੀ ਕੋਈ ਇਸ ਘਰ ਵਿੱਚ ਉਸਦਾ ਨਾਮ ਕਿਉਂ ਨਹੀਂ ਲੈਂਦਾ ਸੀ? ਕਿ ਇਹਨਾਂ ਦੀ ਉਸ ਨਾਲ ਕੋਈ ਦੁਸ਼ਮਣੀ ਸੀ ਜਾਂ ਇਹ ਸਭ ਉਸਨੂੰ ਪਸੰਦ ਨਹੀਂ ਕਰਦੇ ਸਨ? ਇਸ ਘਰ ਵਿੱਚ ਰਹਿੰਦੇ ਹੋਏ ਮੈਨੂੰ ਵੀ 2 ਮਹੀਨੇ ਹੋਣ ਵਾਲੇ ਸਨ। ਉਹ ਵੀ ਕਦੇ ਕਿਸੇ ਲਈ ਕੁਝ ਨਹੀਂ ਭੇਜਦਾ ਸੀ,
ਨਾ ਕਦੇ ਕੋਈ ਮਨੀ ਆਰਡਰ ਆਇਆ, ਨਾ ਹੀ ਕੋਈ ਪਾਰਸਲ। ਫਿਰ ਮੈਂ ਸੋਚਿਆ, ਇੱਕ ਤਾਂ ਮੇਰੀ ਜਠਾਣੀ ਦੀ ਅਜਿਹੀ ਹਾਲਤ ਹੈ, ਉੱਪਰ ਤੋਂ ਮੇਰਾ ਸਹੁਰਾ ਉਸਨੂੰ ਆਪਣੇ ਪੈਰ ਘੁੱਟਣ ਲਈ ਬੁਲਾ ਲੈਂਦਾ ਹੈ, ਆਪਣੇ ਪੈਰਾਂ ਦੀ ਮਾਲਿਸ਼ ਕਰਵਾਉਂਦਾ ਹੈ। ਉਹਨਾਂ ਨੂੰ ਇਸ ਗੱਲ ਦਾ ਅਹਿਸਾਸ ਹੋਣਾ ਚਾਹੀਦਾ ਹੈ ਕਿ ਅਜਿਹੀ ਹਾਲਤ ਵਿੱਚ ਤਾਂ ਔਰਤ ਨੂੰ ਆਰਾਮ ਦੀ ਜ਼ਰੂਰਤ ਹੁੰਦੀ ਹੈ। ਇੱਕ ਦਿਨ ਅਸੀਂ ਸਭ ਰੋਟੀ ਖਾ ਰਹੇ ਸੀ ਤਾਂ ਮੈਂ ਆਪਣੀ ਜਠਾਣੀ ਨੂੰ ਕਿਹਾ ਕਿ ਮੈਂ ਤੁਹਾਡੇ ਲਈ ਚਾਟ ਬਣਾਈ ਹੈ। ਅਜਿਹੀ ਹਾਲਤ ਵਿੱਚ ਤਾਂ ਤੁਹਾਡਾ ਚਾਟ ਖਾਣ ਦਾ ਮਨ ਕਰਦਾ ਹੋਵੇਗਾ। ਮੇਰੀ ਗੱਲ ਸੁਣ ਕੇ ਉਸਦੇ ਮੂੰਹ ਵਿੱਚ ਜੋ ਖਾਣਾ ਸੀ ਉਹ ਉਸਦੇ ਗਲੇ ਵਿੱਚ ਹੀ ਅਟਕ ਗਿਆ ਅਤੇ ਮੇਰੇ ਸਹੁਰੇ ਨੇ ਵੀ ਉਸਨੂੰ ਹੈਰਾਨੀ ਨਾਲ ਦੇਖਿਆ। ਉਹ ਸਭ ਦੇ ਸਾਹਮਣੇ ਮੈਨੂੰ ਕਹਿਣ ਲੱਗੀ, ਇਹ ਤੂੰ ਕੀ ਕਹਿ ਰਹੀ ਹੈ? ਇਸ ਹਾਲਤ ਤੋਂ ਤੇਰਾ ਕੀ ਮਤਲਬ ਹੈ? ਮੈਂ ਕਿਹਾ, ਤੁਸੀਂ ਪ੍ਰੈਗਨੈਂਟ ਹੋ, ਇਸ ਲਈ ਕਹਿ ਰਹੀ ਹਾਂ। ਉਹ ਮੈਨੂੰ ਕਹਿਣ ਲੱਗੀ, ਤੈਨੂੰ ਕੀ ਹੋ ਗਿਆ ਹੈ? ਤੈਨੂੰ ਕਿਸ ਨੇ ਕਿਹਾ ਹੈ ਕਿ ਮੈਂ ਪ੍ਰੈਗਨੈਂਟ ਹਾਂ? ਮੇਰੇ ਪਤੀ ਹੀ ਮੈਨੂੰ ਮਿਲਣ ਲਈ ਨਹੀਂ ਆਏ ਤਾਂ ਮੈਂ ਪ੍ਰੈਗਨੈਂਟ ਕਿਵੇਂ ਹੋ ਗਈ? ਮੇਰੇ ਪੈਰਾਂ ਥੱਲਿਓਂ ਜ਼ਮੀਨ ਨਿਕਲ ਗਈ ਕਿ ਕਿਵੇਂ ਮੇਰੀ ਜਠਾਣੀ ਸਫੇਦ ਝੂਠ ਬੋਲ ਰਹੀ ਸੀ। ਮੇਰੇ ਸਹੁਰੇ ਦੇ ਚਿਹਰੇ ਦਾ ਵੀ ਰੰਗ ਉੱਡ ਗਿਆ। ਫਿਰ ਉਹ ਕਹਿਣ ਲੱਗੇ, ਬੇਟੀ, ਤੈਨੂੰ ਕੋਈ ਗਲਤਫਹਿਮੀ ਹੋ ਗਈ ਹੈ। ਸਾਡੇ ਘਰ ਵਿੱਚ ਹਾਲੇ ਕੋਈ ਖੁਸ਼ਖਬਰੀ ਨਹੀਂ ਹੈ। ਇਹ ਖੁਸ਼ਖਬਰੀ ਤਾਂ ਸਾਨੂੰ ਤੇਰੇ ਵੱਲੋਂ ਹੀ ਮਿਲੇਗੀ। ਮੈਂ ਹੈਰਾਨੀ ਨਾਲ ਸਭ ਦਾ ਮੂੰਹ ਦੇਖਣ ਲੱਗੀ। ਮੈਨੂੰ ਪੂਰਾ ਯਕੀਨ ਸੀ ਕਿ ਮੇਰੀ ਜਠਾਣੀ ਪ੍ਰੈਗਨੈਂਟ ਹੈ। ਮੈਂ ਖੁਦ ਆਪਣੀਆਂ ਅੱਖਾਂ ਨਾਲ ਦੇਖਿਆ ਸੀ। ਉਸਦੀ ਉਮਰ ਜ਼ਿਆਦਾ ਨਹੀਂ ਸੀ, ਉਹ 28 ਤੋਂ 30 ਸਾਲ ਦੇ ਵਿਚਕਾਰ ਹੋਵੇਗੀ। ਦੇਖਣ ਵਿੱਚ ਵੀ ਠੀਕ ਠਾਕ ਹੀ ਸੀ, ਪਰ ਬਸ ਹਮੇਸ਼ਾ ਚੁੱਪ ਅਤੇ ਉਦਾਸ ਰਹਿੰਦੀ ਸੀ। ਮੇਰਾ ਸਹੁਰਾ ਉਸਨੂੰ ਕਹਿਣ ਲੱਗਿਆ, ਤੈਨੂੰ ਆਪਣੀ ਮੰਮੀ ਦੇ ਘਰ ਜਾਣਾ ਸੀ ਨਾ, ਤਾਂ ਚੱਲ ਤਿਆਰ ਹੋ ਜਾ, ਮੈਂ ਤੈਨੂੰ ਛੱਡ ਦਿੰਦਾ ਹਾਂ। ਮੇਰਾ ਜੇਠ ਤਾਂ ਇੱਥੇ ਨਹੀਂ ਸੀ, ਇਸ ਲਈ ਦੀਦੀ ਨੂੰ ਕਿਤੇ ਵੀ ਜਾਣਾ ਹੁੰਦਾ ਤਾਂ ਮੇਰਾ ਸਹੁਰਾ ਹੀ ਲੈ ਕੇ ਜਾਂਦਾ ਸੀ। ਮੈਨੂੰ ਇੰਜ ਲੱਗਿਆ ਜਿਵੇਂ ਮੇਰੇ ਸਹੁਰੇ ਦੀ ਗੱਲ ਸੁਣ ਕੇ ਮੇਰੀ ਜਠਾਣੀ ਡਰ ਗਈ ਹੋਵੇ। ਉਹ ਡਰੀਆਂ ਹੋਈਆਂ ਨਜ਼ਰਾਂ ਨਾਲ ਮੇਰੇ ਵੱਲ ਦੇਖਣ ਲੱਗੀ। ਮੈਂ ਸਮਝ ਗਈ ਸੀ ਕਿ ਜ਼ਰੂਰ ਕੁਝ ਨਾ ਕੁਝ ਗੜਬੜ ਹੈ ਅਤੇ ਮੈਂ ਸੋਚ ਲਿਆ ਸੀ ਕਿ ਇਸ ਰਾਜ ਤੋਂ ਪਰਦਾ ਚੁੱਕ ਕੇ ਹੀ ਰਹਾਂਗੀ। ਆਖਿਰ ਇਹ ਸਭ ਕੁਝ ਕੀ ਹੋ ਰਿਹਾ ਸੀ? ਮੇਰਾ ਸਹੁਰਾ ਮੇਰੀ ਜਠਾਣੀ ਨੂੰ ਲੈ ਕੇ ਚਲਾ ਗਿਆ। ਅਜੀਤ ਵੀ ਆਪਣਾ ਨਾਸ਼ਤਾ ਖਤਮ ਕਰਕੇ ਆਫਿਸ ਚਲਾ ਗਿਆ। ਮੈਂ ਘਰ ਵਿੱਚ ਇਕੱਲੀ ਰਹਿ ਗਈ ਸੀ, ਇਸ ਲਈ ਬੋਰ ਵੀ ਬਹੁਤ ਹੋ ਰਹੀ ਸੀ। ਸਾਡੇ ਘਰ ਵਿੱਚ ਕੋਈ ਆਉਂਦਾ ਜਾਂਦਾ ਵੀ ਨਹੀਂ ਸੀ। ਸਾਡਾ ਘਰ ਬਣਿਆ ਵੀ ਅਜਿਹੀ ਜਗ੍ਹਾ ਹੋਇਆ ਸੀ ਜਿੱਥੇ ਬਹੁਤ ਘੱਟ ਆਬਾਦੀ ਸੀ। ਸ਼ਾਮ ਨੂੰ ਜਦੋਂ ਮੇਰੀ ਜਠਾਣੀ ਘਰ ਆਈ ਤਾਂ ਮੈਂ ਉਸਨੂੰ ਦੇਖ ਕੇ ਹੈਰਾਨ ਹੋ ਗਈ। ਉਸਦੀਆਂ ਅੱਖਾਂ ਦੇਖ ਕੇ ਇੰਜ ਲੱਗ ਰਿਹਾ ਸੀ ਜਿਵੇਂ ਉਹ ਬਹੁਤ ਰੋਈ ਹੋਵੇ। ਉਸਦੀ ਗੱਲ ਤੇ ਸੱਟ ਦਾ ਨਿਸ਼ਾਨ ਵੀ ਸੀ। ਮੈਂ ਉਸਨੂੰ ਪੁੱਛਿਆ ਤਾਂ ਕਹਿਣ ਲੱਗੀ, ਮੈਂ ਰਿਕਸ਼ੇ ਤੋਂ ਗਿਰ ਗਈ ਸੀ, ਇਸ ਲਈ ਇਹ ਸੱਟ ਲੱਗ ਗਈ ਹੈ। ਪਰ ਉਸਦੇ ਚਿਹਰੇ ਦੇ ਹਾਵ ਭਾਵ ਹੀ ਦੱਸ ਰਹੇ ਸਨ ਕਿ ਉਹ ਝੂਠ ਬੋਲ ਰਹੀ ਹੈ। ਉਹ ਮੇਰੇ ਤੋਂ ਨਜ਼ਰਾਂ ਚੁਰਾ ਰਹੀ ਸੀ। ਮੈਂ ਵੀ ਜ਼ਿਆਦਾ ਸਵਾਲ ਜਵਾਬ ਨਹੀਂ ਕੀਤੇ। ਮੈਂ ਕਿਹਾ, ਤੁਸੀਂ ਕਮਰੇ ਵਿੱਚ ਜਾ ਕੇ ਆਰਾਮ ਕਰੋ, ਸਾਰਾ ਕੰਮ ਮੈਂ ਆਪ ਦੇਖ ਲਵਾਂਗੀ। ਮੈਂ ਉਸਨੂੰ ਹਲਦੀ ਵਾਲਾ ਦੁੱਧ ਪੀਣ ਲਈ ਦਿੱਤਾ ਅਤੇ ਉਸਨੂੰ ਕਮਰੇ ਵਿੱਚ ਭੇਜ ਦਿੱਤਾ। ਅੱਜ ਮੈਂ ਪੱਕਾ ਇਰਾਦਾ ਕਰ ਲਿਆ ਸੀ ਕਿ ਮੈਂ ਸੱਚਾਈ ਜਾਣ ਕੇ ਹੀ ਰਹਾਂਗੀ। ਜਦੋਂ ਮੈਂ ਦੇਖਿਆ ਕਿ ਦੀਦੀ ਆਪਣੇ ਕਮਰੇ ਵਿੱਚ ਸੋ ਚੁੱਕੀ ਹੈ ਤਾਂ ਮੈਂ ਬਾਹਰ ਤੋਂ ਦਰਵਾਜ਼ਾ ਬੰਦ ਕਰ ਦਿੱਤਾ। ਅੱਜ ਦੀਦੀ ਦੀ ਜਗ੍ਹਾ ਮੈਂ ਤੇਲ ਦੀ ਕੌਲੀ ਲੈ ਕੇ ਆਪਣੇ ਸਹੁਰੇ ਦੇ ਕਮਰੇ ਵਿੱਚ ਜਾਣ ਵਾਲੀ ਸੀ। ਇਸ ਦੇ ਇਲਾਵਾ ਮੇਰੇ ਕੋਲ ਹੋਰ ਕੋਈ ਚਾਰਾ ਨਹੀਂ ਸੀ ਕਿ ਮੈਂ ਸੱਚ ਜਾਣ ਸਕਾਂ। ਮੈਨੂੰ ਡਰ ਵੀ ਲੱਗ ਰਿਹਾ ਸੀ ਕਿ ਕਿਤੇ ਕੁਝ ਗਲਤ ਨਾ ਹੋ ਜਾਵੇ, ਪਰ ਹੁਣ ਮੈਂ ਸੋਚ ਲਿਆ ਸੀ, ਇਸ ਲਈ ਮੈਂ ਪਿੱਛੇ ਹਟਣ ਵਾਲੀ ਨਹੀਂ ਸੀ। ਮੈਂ ਆਪਣੀ ਜਠਾਣੀ ਦੇ ਕੱਪੜੇ ਪਾ ਲਏ, ਹੱਥ ਵਿੱਚ ਤੇਲ ਵਾਲੀ ਕੌਲੀ ਲਈ ਅਤੇ ਆਪਣੇ ਸਹੁਰੇ ਦੇ ਕਮਰੇ ਵੱਲ ਚਲੀ ਗਈ। ਧੜਕਦੇ ਹੋਏ ਦਿਲ ਨਾਲ ਮੈਂ ਦਰਵਾਜ਼ਾ ਖੋਲ੍ਹਿਆ। ਕਮਰੇ ਵਿੱਚ ਹਲਕੀ ਰੌਸ਼ਨੀ ਸੀ, ਲਾਈਟ ਬੱਲਬ ਜਲ ਰਿਹਾ ਸੀ। ਕਮਰੇ ਵਿੱਚ ਜਾਣ ਤੋਂ ਬਾਅਦ ਮੈਂ ਦਰਵਾਜ਼ਾ ਬੰਦ ਕਰਨ ਦਾ ਨਾਟਕ ਕੀਤਾ, ਕਿਉਂਕਿ ਮੇਰੀ ਜਠਾਣੀ ਵੀ ਅੰਦਰ ਜਾਣ ਤੋਂ ਬਾਅਦ ਦਰਵਾਜ਼ਾ ਬੰਦ ਕਰ ਲੈਂਦੀ ਸੀ। ਹਾਲਾਂਕਿ ਮੈਂ ਦਰਵਾਜ਼ਾ ਥੋੜ੍ਹਾ ਜਿਹਾ ਖੁੱਲ੍ਹਾ ਛੱਡ ਦਿੱਤਾ ਸੀ। ਮੈਂ ਹੌਲੀ ਹੌਲੀ ਚੱਲਦੀ ਹੋਈ ਆਪਣੇ ਸਹੁਰੇ ਦੇ ਬੈੱਡ ਕੋਲ ਆ ਗਈ। ਹਾਲੇ ਬੈੱਡ ਕੋਲ ਆਈ ਹੀ ਸੀ ਕਿ ਮੇਰੇ ਸਹੁਰੇ ਨੇ ਬਹੁਤ ਜ਼ੋਰ ਨਾਲ ਮੇਰਾ ਹੱਥ ਫੜ ਲਿਆ। ਮੇਰੀ ਚੀਕ ਨਿਕਲਣ ਵਾਲੀ ਸੀ, ਪਰ ਮੈਂ ਆਪਣੇ ਆਪ ਨੂੰ ਰੋਕ ਲਿਆ। ਜੇਕਰ ਹੁਣੇ ਸਭ ਕੁਝ ਸਾਹਮਣੇ ਆ ਜਾਂਦਾ ਤਾਂ ਮੈਂ ਸੱਚਾਈ ਨਹੀਂ ਜਾਣ ਸਕਦੀ ਸੀ। ਮੇਰਾ ਸਹੁਰਾ ਮੇਰਾ ਹੱਥ ਮਰੋੜਦੇ ਹੋਏ ਬੋਲਿਆ, ਖਬਰਦਾਰ, ਜੇਕਰ ਤੂੰ ਆਪਣੇ ਮੂੰਹ ਤੋਂ ਕੁਝ ਵੀ ਕਿਹਾ। ਜੇਕਰ ਇਸ ਘਰ ਵਿੱਚ ਰਹਿਣਾ ਚਾਹੁੰਦੀ ਹੈ ਤਾਂ ਆਪਣਾ ਮੂੰਹ ਬੰਦ ਕਰਕੇ ਰੱਖ। ਕਿਸੇ ਨੂੰ ਵੀ ਪਤਾ ਨਹੀਂ ਲੱਗਣਾ ਚਾਹੀਦਾ ਕਿ ਤੂੰ ਮੇਰੀ ਪਤਨੀ ਹੈ। ਜੇਕਰ ਕਿਸੇ ਨੂੰ ਵੀ ਪਤਾ ਲੱਗਿਆ ਕਿ ਤੂੰ ਮੇਰੀ ਪਤਨੀ ਹੈ ਅਤੇ ਤੇਰੇ ਪੇਟ ਵਿੱਚ ਪਲਣ ਵਾਲਾ ਬੱਚਾ ਮੇਰਾ ਹੈ, ਤਾਂ ਦੁਪਹਿਰ ਨੂੰ ਜੋ ਤੇਰਾ ਹਾਲ ਕੀਤਾ ਸੀ ਉਸ ਤੋਂ ਵੀ ਬੁਰਾ ਹਾਲ ਕਰਾਂਗਾ। ਇਹ ਕਹਿ ਕੇ ਮੇਰੇ ਸਹੁਰੇ ਨੇ ਜ਼ੋਰ ਨਾਲ ਮੈਨੂੰ ਬੈੱਡ 'ਤੇ ਸੁੱਟ ਦਿੱਤਾ। ਮੈਨੂੰ ਕੁਝ ਵੀ ਸਮਝ ਨਹੀਂ ਆ ਰਿਹਾ ਸੀ। ਮੈਂ ਬਹੁਤ ਘਬਰਾ ਗਈ ਸੀ। ਮੇਰੇ ਸਹੁਰੇ ਨੇ ਬਹੁਤ ਆਰਾਮ ਨਾਲ ਪਾਣੀ ਦਾ ਗਲਾਸ ਮੂੰਹ ਨੂੰ ਲਾ ਲਿਆ ਅਤੇ ਮੇਰੇ ਕੋਲ ਇਹੀ ਮੌਕਾ ਸੀ ਇੱਥੋਂ ਭੱਜਣ ਦਾ।
ਮੈਂ ਬਿਜਲੀ ਦੀ ਤਰ੍ਹਾਂ ਕਮਰੇ ਵਿੱਚੋਂ ਨਿਕਲ ਗਈ ਅਤੇ ਮੇਰਾ ਸਹੁਰਾ ਮੈਨੂੰ ਆਵਾਜ਼ਾਂ ਮਾਰਨ ਲੱਗਾ। ਮੈਂ ਭੱਜਦੇ ਹੋਏ ਸਿੱਧਾ ਆਪਣੇ ਕਮਰੇ ਵਿੱਚ ਆ ਗਈ। ਅਜੀਤ ਸੋ ਰਿਹਾ ਸੀ। ਅਜੀਤ ਦੇ ਸੌਣ ਤੋਂ ਬਾਅਦ ਹੀ ਮੈਂ ਆਪਣੇ ਸਹੁਰੇ ਦੇ ਕਮਰੇ ਵਿੱਚ ਗਈ ਸੀ। ਆਪਣੇ ਸਹੁਰੇ ਦਾ ਇਹ ਰੂਪ ਦੇਖ ਕੇ ਤਾਂ ਮੈਂ ਕੰਬ ਗਈ ਸੀ। ਉੱਪਰ ਤੋਂ ਇੰਨਾ ਸ਼ਰੀਫ ਦਿਖਣ ਵਾਲਾ ਇਨਸਾਨ ਅੰਦਰ ਤੋਂ ਕਿੰਨਾ ਗਿਰਿਆ ਹੋਇਆ ਸੀ। ਘਰ ਵਿੱਚ ਜੋ ਕੁਝ ਵੀ ਹੋ ਰਿਹਾ ਸੀ ਬਹੁਤ ਗਲਤ ਹੋ ਰਿਹਾ ਸੀ। ਜਿਸ ਨੂੰ ਮੈਂ ਆਪਣੀ ਜਠਾਣੀ ਸਮਝ ਰਹੀ ਸੀ ਉਹ ਤਾਂ ਮੇਰੀ ਸੱਸ ਸੀ। ਦੋਨਾਂ ਦੀ ਉਮਰ ਵਿੱਚ ਬਹੁਤ ਅੰਤਰ ਸੀ, ਪਰ ਜੋ ਵੀ ਹੋਵੇ ਉਹ ਹੈ ਤਾਂ ਮੇਰੀ ਸੱਸ ਸੀ ਅਤੇ ਉਹਨਾਂ ਉੱਪਰ ਜੋ ਅਤਿਆਚਾਰ ਹੋ ਰਿਹਾ ਸੀ ਇਹ ਮੈਂ ਨਹੀਂ ਦੇਖ ਸਕਦੀ ਸੀ। ਮੈਂ ਸੋਚਿਆ ਅੱਜ ਦੁੱਧ ਦਾ ਦੁੱਧ ਅਤੇ ਪਾਣੀ ਦਾ ਪਾਣੀ ਹੋ ਹੀ ਜਾਣਾ ਚਾਹੀਦਾ ਹੈ। ਮੈਂ ਅਜੀਤ ਨੂੰ ਹਿਲਾਉਂਦੇ ਹੋਏ ਉਠਾ ਦਿੱਤਾ। ਉਹ ਉੱਠ ਕੇ ਬੈਠ ਗਿਆ ਅਤੇ ਹੈਰਾਨੀ ਨਾਲ ਮੇਰੇ ਵੱਲ ਵੇਖਣ ਲੱਗਾ। ਉਹ ਬੋਲਿਆ, ਕੀ ਹੋਇਆ ਹੈ? ਤੂੰ ਇੰਨੀ ਪਰੇਸ਼ਾਨ ਕਿਉਂ ਲੱਗ ਰਹੀ ਹੈ? ਮੈਂ ਕੁਝ ਨਹੀਂ ਕਿਹਾ, ਬਸ ਉਸਦਾ ਹੱਥ ਫੜ ਕੇ ਆਪਣੀ ਸੱਸ ਦੇ ਕਮਰੇ ਵਿੱਚ ਆ ਗਈ। ਮੇਰੀ ਸੱਸ ਹਲੇ ਵੀ ਸੋ ਰਹੀ ਸੀ। ਸ਼ਾਇਦ ਦੁਪਹਿਰ ਦੇ ਅਤਿਆਚਾਰ ਦਾ ਅਸਰ ਸੀ ਜੋ ਉਹਨਾਂ ਦੀ ਅੱਖ ਨਹੀਂ ਖੁੱਲ੍ਹੀ ਸੀ। ਮੈਂ ਆਪਣੀ ਸੱਸ ਨੂੰ ਉਠਾਇਆ ਅਤੇ ਉਹਨਾਂ ਦਾ ਹੱਥ ਫੜ ਕੇ ਆਪਣੇ ਸਹੁਰੇ ਦੇ ਕਮਰੇ ਵਿੱਚ ਲੈ ਗਈ। ਅਜੀਤ ਅਤੇ ਮੇਰੀ ਸੱਸ ਹੈਰਾਨੀ ਨਾਲ ਮੈਨੂੰ ਦੇਖ ਰਹੇ ਸਨ। ਦੋਨਾਂ ਨੂੰ ਕੁਝ ਵੀ ਸਮਝ ਨਹੀਂ ਆ ਰਿਹਾ ਸੀ ਕਿ ਮੈਂ ਇਹ ਸਭ ਕੀ ਕਰ ਰਹੀ ਹਾਂ। ਆਪਣੇ ਸਹੁਰੇ ਦੇ ਕਮਰੇ ਵਿੱਚ ਪਹੁੰਚ ਕੇ ਮੈਂ ਲਾਈਟ ਜਗਾ ਦਿੱਤੀ। ਸਾਨੂੰ ਤਿੰਨਾਂ ਨੂੰ ਆਪਣੇ ਕਮਰੇ ਵਿੱਚ ਦੇਖ ਕੇ ਉਹ ਹੱਕਾ ਬੱਕਾ ਰਹਿ ਗਏ। ਫਿਰ ਆਪਣੇ ਆਪ ਨੂੰ ਸੰਭਾਲਦੇ ਹੋਏ ਬੋਲੇ, ਕੀ ਗੱਲ ਹੈ? ਤੁਸੀਂ ਤਿੰਨੋਂ ਮੇਰੇ ਕਮਰੇ ਵਿੱਚ ਅਚਾਨਕ ਕਿਵੇਂ? ਫਿਰ ਮੈਂ ਗੁੱਸੇ ਵਿੱਚ ਕਿਹਾ, ਪਾਪਾ ਜੀ ਤੁਸੀਂ ਆਪਣਾ ਡਰਾਮਾ ਬੰਦ ਕਰੋ। ਮੈਨੂੰ ਤੁਹਾਡੀ ਹਕੀਕਤ ਪਤਾ ਚੱਲ ਗਈ ਹੈ। ਮੈਂ ਤਾਂ ਤੁਹਾਨੂੰ ਬਹੁਤ ਚੰਗਾ ਇਨਸਾਨ ਸਮਝਦੀ ਸੀ, ਪਰ ਤੁਸੀਂ ਇੰਨੇ ਗਿਰੇ ਹੋਏ ਹੋਵੋਗੇ ਮੈਂ ਇਹ ਸੋਚ ਵੀ ਨਹੀਂ ਸਕਦੀ ਸੀ। ਮੇਰੀ ਗੱਲ ਸੁਣ ਕੇ ਮੇਰਾ ਸਹੁਰਾ ਘਬਰਾ ਗਿਆ। ਉਹ ਕਹਿਣ ਲੱਗਿਆ, ਬੇਟੀ ਇਹ ਤੂੰ ਕਿਹੋ ਜਿਹੀਆਂ ਗੱਲਾਂ ਕਰ ਰਹੀ ਹੈ? ਤੈਨੂੰ ਕੀ ਹੋ ਗਿਆ ਹੈ? ਮੈਂ ਅਜਿਹਾ ਕੀ ਕਰ ਦਿੱਤਾ ਹੈ? ਮੈਂ ਆਪਣੀ ਸੱਸ ਨੂੰ ਅੱਗੇ ਕਰ ਦਿੱਤਾ ਅਤੇ ਕਿਹਾ, ਦੱਸੋ ਤੁਹਾਡਾ ਇਹਨਾਂ ਨਾਲ ਕੀ ਰਿਸ਼ਤਾ ਹੈ? ਮੇਰੇ ਸਹੁਰੇ ਦਾ ਗਲਾ ਸੁੱਕ ਗਿਆ ਸੀ। ਉਹ ਅਟਕਦੇ ਹੋਏ ਬੋਲਿਆ, ਇਹ ਤੇਰੀ। ਆਪਣੇ ਸਹੁਰੇ ਦੀ ਗੱਲ ਨੂੰ ਵਿੱਚ ਹੀ ਕੱਟਦੇ ਹੋਏ ਮੈਂ ਬੋਲੀ, ਇਹ ਮੇਰੀ ਸੱਸ ਹੈ। ਮੇਰੀ ਗੱਲ ਸੁਣ ਕੇ ਅਜੀਤ, ਮੇਰੀ ਸੱਸ ਅਤੇ ਮੇਰੇ ਸਹੁਰੇ ਦੇ ਚਿਹਰੇ ਦੀਆਂ ਹਵਾਈਆਂ ਉੱਡ ਗਈਆਂ। ਸਭ ਤੋਂ ਜ਼ਿਆਦਾ ਤਾਂ ਮੇਰੀ ਸੱਸ ਡਰ ਗਈ ਸੀ। ਉਹ ਇੱਕਦਮ ਮੇਰੇ ਸਹੁਰੇ ਦੇ ਪੈਰਾਂ ਵਿੱਚ ਬੈਠ ਗਈ। ਉਹ ਰੋਂਦੇ ਹੋਏ ਬੋਲੀ, ਮੈਨੂੰ ਕੁਝ ਨਾ ਕਹੋ। ਮੈਂ ਇਸ ਨੂੰ ਕੁਝ ਵੀ ਨਹੀਂ ਦੱਸਿਆ। ਪਤਾ ਨਹੀਂ ਇਸ ਨੂੰ ਕਿਵੇਂ ਪਤਾ ਚੱਲ ਗਿਆ। ਮੈਂ ਆਪਣੀ ਸੱਸ ਨੂੰ ਮੋਢਿਆਂ ਤੋਂ ਫੜ ਕੇ ਖੜਾ ਕੀਤਾ ਅਤੇ ਕਿਹਾ ਕਿ ਇਹਨਾਂ ਨੇ ਮੈਨੂੰ ਕੁਝ ਨਹੀਂ ਦੱਸਿਆ ਹੈ। ਅੱਜ ਸ਼ਾਮ ਨੂੰ ਇਹਨਾਂ ਦੀ ਜਗ੍ਹਾ ਮੈਂ ਹੀ ਤੁਹਾਡੇ ਕਮਰੇ ਵਿੱਚ ਤੇਲ ਦੀ ਕੌਲੀ ਲੈ ਕੇ ਆਈ ਸੀ। ਤੁਸੀਂ ਆਪਣੀ ਪਤਨੀ ਤੇ ਇੰਨਾ ਅਤਿਆਚਾਰ ਕਿਵੇਂ ਕਰ ਸਕਦੇ ਹੋ? ਇੱਕ ਤਾਂ ਉਹ ਪ੍ਰੈਗਨੈਂਟ ਹੈ, ਉੱਪਰ ਤੋਂ ਤੁਸੀਂ ਉਹਨਾਂ ਤੇ ਹੱਥ ਚੁੱਕਦੇ ਹੋ। ਦੇਰ ਰਾਤ ਤੱਕ ਉਹਨਾਂ ਤੋਂ ਆਪਣੇ ਪੈਰਾਂ ਦੀ ਮਾਲਿਸ਼ ਕਰਵਾਉਂਦੇ ਹੋ, ਜਦੋਂ ਕਿ ਇਹਨਾਂ ਨੂੰ ਤਾਂ ਅਜਿਹੇ ਟਾਈਮ ਤੇ ਆਰਾਮ ਦੀ ਅਤੇ ਸੇਵਾ ਦੀ ਲੋੜ ਹੈ। ਅਤੇ ਤੁਸੀਂ ਸਾਰਿਆਂ ਨੇ ਮੈਨੂੰ ਧੋਖੇ ਵਿੱਚ ਰੱਖਿਆ। ਹੁਣ ਮੈਨੂੰ ਸਾਫ਼-ਸਾਫ਼ ਦੱਸੋ, ਤੁਸੀਂ ਸਭ ਨੇ ਮੈਨੂੰ ਝੂਠ ਕਿਉਂ ਬੋਲਿਆ? ਅਜੀਤ ਨੇ ਮੈਨੂੰ ਕਿਹਾ, ਤੂੰ ਆਰਾਮ ਨਾਲ ਬੈਠ, ਪਾਣੀ ਪੀ, ਮੈਂ ਤੈਨੂੰ ਸਭ ਕੁਝ ਦੱਸਦਾ ਹਾਂ। ਹੁਣ ਤਾਂ ਤੈਨੂੰ ਸਭ ਕੁਝ ਪਤਾ ਚੱਲ ਗਿਆ ਹੈ। ਇਹ ਕੁੜੀ ਸਾਡੇ ਘਰ ਵਿੱਚ ਕੰਮ ਕਰਦੀ ਸੀ। ਉਦੋਂ ਮੇਰੀ ਮੰਮੀ ਜਿਉਂਦੀ ਸੀ। ਮੰਮੀ ਇਸ ਨੂੰ ਬਿਲਕੁਲ ਆਪਣੀ ਛੋਟੀ ਭੈਣ ਦੀ ਤਰ੍ਹਾਂ ਹੀ ਪਿਆਰ ਕਰਦੀ ਸੀ। ਇਹ ਵੀ ਮੇਰੀ ਮੰਮੀ ਦੀ ਬਹੁਤ ਇੱਜ਼ਤ ਕਰਦੀ ਸੀ। ਮੇਰੀ ਮੰਮੀ ਬਹੁਤ ਬਿਮਾਰ ਰਹਿਣ ਲੱਗੀ ਸੀ। ਡਾਕਟਰ ਨੂੰ ਦਿਖਾਉਣ ਤੇ ਪਤਾ ਲੱਗਿਆ ਕਿ ਮੇਰੀ ਮੰਮੀ ਨੂੰ ਕੈਂਸਰ ਹੈ ਅਤੇ ਉਹ ਵੀ ਆਖਰੀ ਸਟੇਜ ਦਾ। ਇਹ ਮੇਰੀ ਮੰਮੀ ਦੀ ਬਹੁਤ ਸੇਵਾ ਕਰਦੀ ਸੀ। ਇੱਕ ਦਿਨ ਮੰਮੀ ਨੇ ਦੇਖਿਆ ਕਿ ਇਸ ਦੀਆਂ ਅੱਖਾਂ ਸੁੱਜੀਆਂ ਹੋਈਆਂ ਹਨ। ਮੰਮੀ ਨੇ ਇਸ ਤੋਂ ਪੁੱਛਿਆ ਤਾਂ ਇਸ ਨੇ ਕੁਝ ਨਹੀਂ ਦੱਸਿਆ, ਬਲਕਿ ਬਹੁਤ ਜ਼ੋਰ ਦੇਣ ਤੇ ਇਹ ਰੋਣ ਲੱਗੀ ਅਤੇ ਦੱਸਿਆ ਕਿ ਮਾਲਕ ਨੇ ਮੇਰੇ ਨਾਲ। ਇਸ ਦੀ ਗੱਲ ਸੁਣ ਕੇ ਮੇਰੀ ਮੰਮੀ ਨੂੰ ਸਦਮਾ ਲੱਗਿਆ। ਜ਼ਿੰਦਗੀ ਤਾਂ ਉਹਨਾਂ ਦੀ ਪਹਿਲਾਂ ਹੀ ਬਹੁਤ ਘੱਟ ਰਹਿ ਗਈ ਸੀ, ਪਰ ਇਹ ਸਦਮਾ ਉਹਨਾਂ ਦੀ ਜਾਨ ਲੈ ਗਿਆ। ਪਰ ਮਰਨ ਤੋਂ ਪਹਿਲਾਂ ਮੇਰੀ ਮੰਮੀ ਨੇ ਪਾਪਾ ਨੂੰ ਬੁਲਾਇਆ ਅਤੇ ਕਿਹਾ ਕਿ ਮਰਨ ਤੋਂ ਬਾਅਦ ਵੀ ਮੈਂ ਤੁਹਾਨੂੰ ਮਾਫ਼ ਨਹੀਂ ਕਰਾਂਗੀ। ਪਾਪਾ ਬਹੁਤ ਰੋਏ, ਮਿੰਨਤਾਂ ਕੀਤੀਆਂ ਅਤੇ ਆਪਣੀ ਗਲਤੀ ਦੀ ਮੁਆਫ਼ੀ ਮੰਗੀ ਸੀ, ਪਰ ਮੰਮੀ ਇਹਨਾਂ ਨੂੰ ਮਾਫ਼ ਨਹੀਂ ਕਰ ਰਹੀ ਸੀ। ਅਤੇ ਅੰਤ ਵਿੱਚ ਮੰਮੀ ਨੇ ਪਾਪਾ ਨੂੰ ਇਸ ਸ਼ਰਤ 'ਤੇ ਮਾਫ਼ ਕੀਤਾ ਕਿ ਉਹਨਾਂ ਦੇ ਮਰਨ ਤੋਂ ਬਾਅਦ ਉਹ ਇਸ ਨਾਲ ਵਿਆਹ ਕਰ ਲੈਣਗੇ। ਪਾਪਾ ਨੇ ਮੰਮੀ ਨੂੰ ਭਰੋਸਾ ਦਿੱਤਾ ਕਿ ਉਹ ਇਸ ਨਾਲ ਵਿਆਹ ਕਰਨਗੇ। ਮੰਮੀ ਨੇ ਪਾਪਾ ਨੂੰ ਮਾਫ਼ ਕਰ ਦਿੱਤਾ ਅਤੇ ਫਿਰ ਉਹ ਇਸ ਦੁਨੀਆ ਤੋਂ ਚਲੇ ਗਏ ਅਤੇ ਮੰਮੀ ਦੇ ਮਰਨ ਤੋਂ ਕੁਝ ਦੇਰ ਬਾਅਦ ਇਹਨਾਂ ਦੋਵਾਂ ਨੇ ਵਿਆਹ ਕਰ ਲਿਆ। ਪਾਪਾ ਨੇ ਇਸ ਨਾਲ ਵਿਆਹ ਕਰ ਲਿਆ ਸੀ, ਪਰ ਉਹ ਇਸ ਨੂੰ ਉਹ ਮਾਣ ਸਨਮਾਨ ਅਤੇ ਪਿਆਰ ਨਹੀਂ ਦੇ ਸਕੇ ਜੋ ਇੱਕ ਪਤਨੀ ਦਾ ਹੱਕ ਹੁੰਦਾ ਹੈ। ਪਾਪਾ ਨੇ ਚੋਰੀ ਛੁਪੇ ਇਸ ਨਾਲ ਵਿਆਹ ਕੀਤਾ ਸੀ ਤਾਂ ਜੋ ਕਿਸੇ ਨੂੰ ਪਤਾ ਨਾ ਚੱਲ ਸਕੇ ਕਿ ਇਹ ਮੇਰੀ ਮਾਂ ਹੈ। ਪਾਪਾ ਬਹੁਤ ਇੱਜ਼ਤਦਾਰ ਆਦਮੀ ਸਨ।
ਲੋਕਾਂ ਦੀਆਂ ਨਜ਼ਰਾਂ ਵਿੱਚ ਉਹਨਾਂ ਦੀ ਬਹੁਤ ਇੱਜ਼ਤ ਸੀ ਅਤੇ ਉਹ ਨਹੀਂ ਚਾਹੁੰਦੇ ਸਨ ਕਿ ਲੋਕਾਂ ਨੂੰ ਪਤਾ ਲੱਗੇ ਕਿ ਉਹਨਾਂ ਨੇ ਇੱਕ ਨੌਕਰਾਣੀ ਨਾਲ ਵਿਆਹ ਕੀਤਾ ਹੈ। ਮੰਮੀ ਦੇ ਮਰਨ ਤੋਂ ਬਾਅਦ ਸਾਡੇ ਘਰ ਵਿੱਚ ਕੋਈ ਨਹੀਂ ਆਉਂਦਾ ਸੀ। ਉਸ ਦਿਨ ਜੋ ਇੱਕ ਔਰਤ ਆਈ ਸੀ ਉਹ ਵੀ ਪਾਪਾ ਨੇ ਹੀ ਭੇਜੀ ਸੀ ਅਤੇ ਉਸਨੇ ਇਸ ਤਰ੍ਹਾਂ ਗੱਲਾਂ ਕੀਤੀਆਂ ਤਾਂ ਜੋ ਤੈਨੂੰ ਪੱਕਾ ਯਕੀਨ ਹੋ ਜਾਵੇ ਕਿ ਇਹ ਤੇਰੀ ਜਠਾਣੀ ਹੈ। ਸਭ ਕੁਝ ਸੁਣਨ ਤੋਂ ਬਾਅਦ ਮੈਂ ਪਾਪਾ ਵੱਲ ਮੁੜੀ। ਉਹ ਸਿਰ ਝੁਕਾ ਕੇ ਬੈਠੇ ਸਨ, ਅੱਖਾਂ ਵਿੱਚ ਹੰਝੂ ਸਨ। ਮੈਂ ਪਾਪਾ ਦੇ ਪੈਰਾਂ ਵਿੱਚ ਬੈਠ ਗਈ ਅਤੇ ਬੋਲੀ, ਪਾਪਾ ਇੱਕ ਵਾਰ ਜੋ ਤੁਸੀਂ ਗਲਤੀ ਕੀਤੀ ਸੀ ਹੋ ਸਕਦਾ ਹੈ ਉਹ ਅਣਜਾਣੇ ਵਿੱਚ ਕੀਤੀ ਹੋਵੇ, ਪਰ ਹੁਣ ਤੁਸੀਂ ਜੋ ਕੁਝ ਕਰ ਰਹੇ ਹੋ ਉਹ ਜਾਣ ਬੁੱਝ ਕੇ ਕਰ ਰਹੇ ਹੋ। ਤੁਹਾਨੂੰ ਪਤਾ ਹੈ ਅਜਿਹਾ ਕਰਨ ਨਾਲ ਮੰਮੀ ਜੀ ਦੀ ਆਤਮਾ ਨੂੰ ਕਿੰਨਾ ਦੁੱਖ ਹੁੰਦਾ ਹੋਵੇਗਾ। ਉਹਨਾਂ ਨੇ ਇਸ ਨੂੰ ਆਪਣੀ ਭੈਣ ਮੰਨਿਆ ਸੀ ਅਤੇ ਤੁਸੀਂ ਇਹਨਾਂ ਨੂੰ ਇੰਨਾ ਦੁੱਖ ਦਿੰਦੇ ਹੋ ਤਾਂ ਫਿਰ ਮੰਮੀ ਜੀ ਦੀ ਆਤਮਾ ਕਿਵੇਂ ਖੁਸ਼ ਰਹੇਗੀ। ਜੋ ਰਿਸ਼ਤਾ ਮੰਮੀ ਜੀ ਨੇ ਮਰਨ ਤੋਂ ਪਹਿਲਾਂ ਜੋੜਿਆ ਸੀ ਉਸ ਨੂੰ ਸੱਚੇ ਦਿਲ ਨਾਲ ਨਿਭਾਓ। ਇਸ ਵਿੱਚ ਹੀ ਸਭ ਦੀ ਖੁਸ਼ੀ ਹੈ। ਹੁਣ ਤਾਂ ਤੁਹਾਡੇ ਘਰ ਵਿੱਚ ਇੱਕ ਨਵਾਂ ਮਹਿਮਾਨ ਆਉਣ ਵਾਲਾ ਹੈ। ਕੱਲ੍ਹ ਨੂੰ ਜਦੋਂ ਉਹ ਇਸ ਦੁਨੀਆ ਵਿੱਚ ਆਵੇਗਾ ਤਾਂ ਕਿਸ ਨੂੰ ਆਪਣਾ ਬਾਪ ਕਹੇਗਾ। ਘੱਟੋ ਘੱਟ ਇਸ ਆਉਣ ਵਾਲੇ ਬੱਚੇ ਦੀ ਖਾਤਰ ਹੀ ਤੁਸੀਂ ਇਹਨਾਂ ਨੂੰ ਸੱਚੇ ਦਿਲ ਨਾਲ ਅਪਣਾ ਲਵੋ। ਦੁਨੀਆ ਦੀ ਪਰਵਾਹ ਕਰਨਾ ਛੱਡ ਦਿਓ ਕਿ ਦੁਨੀਆ ਕੀ ਕਹੇਗੀ। ਪਾਪਾ ਜੀ ਨੇ ਮੇਰੇ ਵੱਲ ਵੇਖਿਆ। ਉਹਨਾਂ ਦੀਆਂ ਅੱਖਾਂ ਵਿੱਚ ਹੰਝੂ ਸਨ, ਸ਼ਾਇਦ ਇਹ ਪਛਤਾਵੇ ਦੇ ਹੰਝੂ ਸਨ। ਹਰਲੀਨ, ਅੱਜ ਤੂੰ ਮੇਰੀਆਂ ਅੱਖਾਂ ਖੋਲ੍ਹ ਦਿੱਤੀਆਂ ਹਨ। ਮੈਂ ਹੁਣ ਤੱਕ ਡਰ ਡਰ ਕੇ ਜੀ ਰਿਹਾ ਸੀ ਕਿ ਜਦੋਂ ਲੋਕਾਂ ਨੂੰ ਪਤਾ ਚੱਲੇਗਾ ਕਿ ਮੈਂ ਇੱਕ ਨੌਕਰਾਣੀ ਨਾਲ ਵਿਆਹ ਕੀਤਾ ਹੈ ਤਾਂ ਮੇਰੀ ਕੀ ਇੱਜ਼ਤ ਰਹਿ ਜਾਵੇਗੀ। ਪਰ ਅੱਜ ਮੇਰੀਆਂ ਅੱਖਾਂ ਖੁੱਲ੍ਹ ਗਈਆਂ ਹਨ। ਮੈਂ ਆਪਣੀ ਪਤਨੀ ਨਾਲ ਕੀਤੇ ਵਾਅਦੇ ਨੂੰ ਤਾਂ ਨਿਭਾਇਆ ਪਰ ਸੱਚੇ ਦਿਲ ਨਾਲ ਨਹੀਂ। ਤਾਂ ਫਿਰ ਮੈਂ ਇਹ ਕਿਵੇਂ ਸੋਚ ਲਿਆ ਕਿ ਮੇਰੀ ਪਤਨੀ ਮੈਨੂੰ ਮਾਫ਼ ਕਰ ਦੇਵੇਗੀ। ਬੇਟੀ, ਤੇਰਾ ਬਹੁਤ ਬਹੁਤ ਧੰਨਵਾਦ ਜੋ ਤੂੰ ਮੈਨੂੰ ਇਹ ਰੌਸ਼ਨੀ ਦਿਖਾਈ। ਫਿਰ ਉਹਨਾਂ ਨੇ ਆਪਣੇ ਪਤਨੀ ਦਾ ਹੱਥ ਫੜਿਆ ਅਤੇ ਉਸਨੂੰ ਬੈੱਡ 'ਤੇ ਬਿਠਾਇਆ ਅਤੇ ਉਸਦੇ ਪੈਰਾਂ ਵਿੱਚ ਬੈਠ ਕੇ ਉਸ ਤੋਂ ਮਾਫ਼ੀ ਮੰਗਣ ਲੱਗੇ। ਮੈਨੂੰ ਮਾਫ਼ ਕਰ ਦੇ, ਮੈਂ ਤੇਰਾ ਗੁਨਾਹਗਾਰ ਹਾਂ। ਪਤਾ ਨਹੀਂ ਮੈਂ ਅੱਜ ਤੱਕ ਤੈਨੂੰ ਕਿੰਨੀ ਤਕਲੀਫ਼ ਦਿੱਤੀ ਹੈ। ਤੂੰ ਬਹੁਤ ਮਹਾਨ ਹੈ। ਕਿਰਪਾ ਕਰਕੇ ਮੈਨੂੰ ਇੱਕ ਵਾਰ ਮਾਫ਼ ਕਰ ਦੇ। ਮੇਰੀ ਸੱਸ ਨੇ ਮੇਰੇ ਸਹੁਰੇ ਦਾ ਹੱਥ ਫੜ ਲਿਆ ਅਤੇ ਰੋਂਦੇ ਹੋਏ ਬੋਲੀ, ਤੁਸੀਂ ਅਜਿਹਾ ਨਾ ਕਰੋ। ਤੁਸੀਂ ਤਾਂ ਮੇਰੇ ਪਤੀ ਪਰਮੇਸ਼ਵਰ ਹੋ। ਮੇਰੇ ਤੋਂ ਮਾਫ਼ੀ ਮੰਗਦੇ ਹੋਏ ਤੁਸੀਂ ਚੰਗੇ ਨਹੀਂ ਲੱਗਦੇ। ਤੁਸੀਂ ਸੱਚੇ ਦਿਲ ਨਾਲ ਮੈਨੂੰ ਅਪਣਾ ਲਿਆ ਹੈ, ਇਹੀ ਮੇਰੇ ਲਈ ਬਹੁਤ ਹੈ। ਦੋਨਾਂ ਦੀਆਂ ਅੱਖਾਂ ਵਿੱਚ ਖੁਸ਼ੀ ਦੇ ਹੰਝੂ ਸਨ। ਮੈਂ ਵੀ ਬਹੁਤ ਖੁਸ਼ ਸੀ। ਅੱਜ ਮੈਂ ਸਭ ਕੁਝ ਸੁਲਝਾ ਦਿੱਤਾ ਸੀ। ਘਰ ਵਿੱਚ ਕੋਈ ਪਰੇਸ਼ਾਨੀ ਅਤੇ ਕੋਈ ਤਕਲੀਫ਼ ਨਹੀਂ ਸੀ। ਕੁਝ ਹੀ ਦਿਨਾਂ ਬਾਅਦ ਸਾਡੇ ਘਰ ਵਿੱਚ ਇੱਕ ਪਿਆਰੀ ਜਿਹੀ ਬੱਚੀ ਨੇ ਜਨਮ ਲਿਆ। ਸਾਰੇ ਘਰ ਵਿੱਚ ਖੁਸ਼ੀਆਂ ਫੈਲ ਗਈਆਂ। ਪਾਪਾ ਜੀ ਵੀ ਬਹੁਤ ਖੁਸ਼ ਸਨ। ਉਸ ਛੋਟੀ ਜਿਹੀ ਬੱਚੀ ਨੂੰ ਉਹਨਾਂ ਨੇ ਆਪਣੀ ਗੋਦੀ ਵਿੱਚ ਚੁੱਕਿਆ ਅਤੇ ਇਸ ਤਰ੍ਹਾਂ ਨੱਚ ਰਹੇ ਸਨ ਜਿਵੇਂ ਹੁਣੇ-ਹੁਣੇ ਉਹਨਾਂ ਦਾ ਵਿਆਹ ਹੋਇਆ ਹੋਵੇ ਅਤੇ ਇਹ ਉਹਨਾਂ ਦਾ ਪਹਿਲਾ ਬੱਚਾ ਹੋਵੇ। ਮੇਰੀ ਸੱਸ ਨੇ ਮੈਨੂੰ ਗਲੇ ਲਗਾ ਕੇ ਬਹੁਤ ਸਾਰੀਆਂ ਦੁਆਵਾਂ ਦਿੱਤੀਆਂ ਅਤੇ ਬਹੁਤ ਸਾਰਾ ਪਿਆਰ ਦਿੱਤਾ। ਉਹ ਕਹਿਣ ਲੱਗੇ, ਅੱਜ ਤੇਰੇ ਕਰਕੇ ਮੇਰੇ ਬੱਚੇ ਨੂੰ ਬਾਪ ਦਾ ਪਿਆਰ ਅਤੇ ਮੈਨੂੰ ਪਤੀ ਦਾ ਪਿਆਰ ਮਿਲਿਆ ਹੈ। ਮੈਂ ਤੇਰੀ ਬਹੁਤ ਸ਼ੁਕਰਗੁਜ਼ਾਰ ਹਾਂ। ਹੁਣ ਸਾਡੇ ਘਰ ਵਿੱਚ ਖੁਸ਼ੀਆਂ ਹੀ ਖੁਸ਼ੀਆਂ ਹਨ। ਅਜੀਤ ਵੀ ਬਹੁਤ ਖੁਸ਼ ਸੀ ਅਤੇ ਮੇਰੇ ਸੱਸ ਸਹੁਰੇ ਦਾ ਤਾਂ ਕਹਿਣਾ ਹੀ ਕੀ ਸੀ। ਉਹਨਾਂ ਨੂੰ ਤਾਂ ਜ਼ਿੰਦਗੀ ਜਿਉਣ ਦਾ ਜਿਵੇਂ ਇੱਕ ਨਵਾਂ ਮਕਸਦ ਮਿਲ ਗਿਆ ਸੀ। ਤਾਂ ਦੋਸਤੋ, ਇਹ ਸੀ ਸਾਡੀ ਅੱਜ ਦੀ ਕਹਾਣੀ। ਉਮੀਦ ਕਰਦਾ ਹਾਂ ਤੁਹਾਨੂੰ ਪਸੰਦ ਆਈ ਹੋਵੇਗੀ। ਤੁਹਾਡਾ ਕੀ ਕਹਿਣਾ ਹੈ ਇਸ ਕਹਾਣੀ ਬਾਰੇ ਕਮੈਂਟ ਕਰਕੇ ਸਾਨੂੰ ਜ਼ਰੂਰ ਦੱਸਿਓ। ਵੀਡੀਓ ਨੂੰ ਲਾਈਕ, ਸ਼ੇਅਰ ਅਤੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਅਤੇ ਘੰਟੀ ਨੂੰ ਦਬਾ ਕੇ ਆਲ 'ਤੇ ਸੈੱਟ ਕਰ ਲਿਓ ਤਾਂ ਜੋ ਆਉਣ ਵਾਲੀ ਵੀਡੀਓ ਤੁਹਾਨੂੰ ਤੁਰੰਤ ਮਿਲ ਸਕੇ। ਮੈਨੂੰ ਦਿਓ ਇਜਾਜ਼ਤ, ਤਦ ਤੱਕ ਲਈ ਧੰਨਵਾਦ।